20-5 साल मेरा पुत्र इमरान खान दे ने अगले 5 सालों के बिल्कुल बदल जाएगा। टाइम कितना लगेगा? जब बंदे मर जाएंगे फिर टाइम लगेगा। ਵਧਦੇ ਨਹੀਂ ਮਹਿੰਗਾਈ ਵਧੀ ਜਾ ਰਹੀ ਮਾੜਾ ਬੰਦਾ ਮਰੀ ਜਾ ਰਿਹਾ। उतर के असी शेर दे ताबे आ बड़े ते शेर उरी गए ने दवाई लैन। उसके दौर में चीनी सस्ती थी, अब 100-120 रुपए बिक रही है। ताहर हुंदली पीपल पार्टी दा सी ते मैं नून लीग दा शेर दा इलैक्शन हाल खोल दिता सी अपने पिंड दे विच। ਗਰੀਬ ਹੋਈ ਜਾਣ ਦੇ ਸਾਡਾ ਘਰ ਦਾ ਖਰਚਾ ਨਹੀਂ ਪੂਰਾ ਹੁੰਦਾ ਪਿਆ। ਵੀ ਅਸੀਂ ਧਰਨੇ ਦੇ ਵਿੱਚ ਵੀ ਜਾ ਬੈਠੇ ਆ, ਅਸੀਂ इमरान खान ਨੂੰ ਸਪੋਰਟ ਕਰਨੇ। ਬਰੂਦੀ ਸਰੂੰਗਾ ਸਣੇ ਇਹਨਾਂ ਨੇ ਵਿਛਾਈਆਂ ਉਹਦੇ ਵਾਸਤੇ। अस्सलाम वालेकुम नाजरीन, HR न्यूज़ के साथ मैं हूं असदुर रहमान और इस वक्त मैं मौजूद हूं हल्का PP 38 में, जहां पर 28 जुलाई को दोबारा इलेक्शन हो रहे हैं। नाजरीन मैं आपको बताता चलूं, इसी जगह पर ये जो गांव है यहाँ पर हमने कुछ दिन पहले एक वीडियो रिकॉर्ड की जिसमें बहुत ज़्यादा हमें आउटपुट मिला है, बहुत ज़्यादा फीडबैक मिला है। हमारे साथ यही बुज़ुर्ग मौजूद हैं जिन्होंने उस वीडियो में अच्छी गुफ्तगू की थी, लेकिन कुछ लोगों ने इनके ऊपर कुछ क्वेश्चन उठाए हैं। आज हम इनके पास आए हैं दोबारा गुफ्तगू करने के लिए। आज ये हम बात करते हैं। अस्सलाम वालेकुम। वालेकुम सलाम जी। अच्छा चाचा जी, सब तो पहले मैं दसो तेरा की हाल है? मेरा बड़ा सोहना हाल है, बड़ा करम 5 दिन पाक दा सदका। अच्छा तो मैनू दसो, इलेक्शन है तेरे हल्के च, तुसी उस दिन भी बोलिया सी इलेक्शन ते हुण क्या तुहानू लगदा पिया PTI दी जिहड़ी पोजीशन पहले तो मजबूत होई है? मेरा पुत्र मैं एक तेन दसा मैं कि पार्टी बेस बंदा हूँ। मैं ताहर हुंदली पीपल पार्टी दा सी ते मैं नून लीग दा शेर दा इलैक्शन हाल खोल दिता सी अपने पिंड दे विच। अच्छा। हुंदली साहब होरां दे पिंड दे विच ओहदे इवज दे विच मैं परचे लए सन, ठीक है, लेकिन मैं हार नहीं सी मनी। मेरी मर्जी नाल ताहर हुंदली PTI दे विच गया, असीं ਉਹਨੂੰ सपोर्ट करने आ। बल्कि पहले नंबर ते गल ये भी असीं धरने दे विच भी जा बैठे आ, असीं इमरान खान ਨੂੰ सपोर्ट करने आ ते PTI जिते दी। सही मतलब इमरान खान ਨੂੰ ਪਹਿਲੋਂ ਮੈਂ ਕਿ ਤੁਹਾਨੂੰ ਦੱਸਿਆ ਮੇਰਾ ਪੁੱਤਰ ਕਿ ਅਸੀਂ ਸ਼ੇਰ ਦੇ ਤਾਬੇ ਆ ਸਾਂ ਬੜੇ ਤੇ ਸ਼ੇਰ ਉਰੀ ਗਏ ਨੇ ਦਵਾਈ ਲੈਣ। ਅੱਛਾ ਤੇ ਉਹ ਕਹਿੰਦੇ ਨੇ ਠੀਕ ਹੋ ਕੇ ਵਾਪਸ ਆਏ ਮੈਂ ਕਿ ਇੱਥੇ ਸਾਡੇ ਵਿੱਚ ਆਉਣਾ ਤੇ ਫਿਰ ਅਸੀਂ ਉਹਨਾਂ ਨੂੰ ਵੋਟ ਦਈਏ। ਉਹਦੇ ਇੰਗਲੈਂਡ ਜਾ ਕੇ ਬਹਿ ਗਏ ਨੇ ਸ਼ੇਰ ਸਾਹਿਬ, ਮੈਂ ਕਿ ਦਵਾਈ ਲੈਣ ਗਏ ਨੇ ਤੇ ਅਸੀਂ ਉੱਥੇ ਜਾ ਕੇ ਵੋਟ ਕਿਸ ਨਾਲ ਪਾਈਏ? ਨਹੀਂ ਉਹ ਕਹਿੰਦੇ ਨੇ, ਉਹ ਨੋਲੀ ਕਾਲੇ ਕਹਿੰਦੇ ਨੇ ਬਿਮਾਰ ਨੇ, ਸਿਹਤਯਾਬ ਹੋ ਕੇ ਵਾਪਸ ਆਏ ਆਪਾਂ ਜਦੋਂ ਆਉਣ ਦੇ ਫਿਰ ਵੇਖੀ ਜਾਏਦੀ। ਉਹ ਆਉਣ ਹਾਂ ਪਹਿਲੋਂ। ਅੱਛਾ ਤੇ ਸਾਡੇ ਕੋਲ ਆਣ ਕੇ ਵੋਟ ਲੈ ਲੈਣ। ਅੱਛਾ ਆਵਾਮ ਕਹਿ ਰਹੀ ਪਈ ਹੈ ਕਿ ਅੱਜ ਪੈਟਰੋਲ ਦੀ ਕੀਮਤ ਵਿੱਚ ਵੀ 5 ਰੁਪਏ ਤੇ 40 ਪੈਸੇ ਇਜ਼ਾਫਾ ਹੋ ਗਿਆ। ਕਹਿੰਦੇ ਨੇ ਇਹ ਚੰਗੀ ਤਬਦੀਲੀ ਆਵਾਮ ਗਰੀਬ ਆਵਾਮ ਨੂੰ ਤੇ ਇਮਰਾਨ ਖਾਨ ਮਾਰਦਾ ਪਿਆ। ਇਹ ਚੀਜ਼ ਆਵਾਮ ਨੂੰ ਖੁਦ ਸੋਚਣੀ ਚਾਹੀਦੀ ਹੈ ਕਿ ਹਕੂਮਤਾਂ ਦੇ ਮਹਿੰਗੇ ਤੇਲ ਵੱਧਦੇ ਘਟਦੇ ਸਭ ਕੁਝ ਜਿਹੜਾ ਨਾ ਊਚ ਨੀਚ ਹੁੰਦਾ ਰਹਿੰਦਾ। ਇਹ ਆਪਣੇ ਕਾਇਦ ਦੇ ਉੱਤੇ ਕਿਤੇ ਥੋੜਾ ਚਿਰ ਮਹਿੰਗੇ ਆ 3 ਸਾਲ ਜਿਹੜੇ ਬਾਕੀ ਦੇ ਰਹਿੰਦੇ ਨੇ ਤਮਾਤ ਤੇ ਕਰਕੇ ਵੇਖਣ ਨਹੀਂ ਆਰਿਸ਼ਾ ਠੀਕ ਹੋ ਜੇ। ਖਾਨ ਸਾਹਿਬ ਓਹੋ ਮੇਰਾ ਪੁੱਤਰ ਮਹਿੰਗੇ ਟਿਕਟਾਂ ਨੇ ਲੁੱਟੇ ਆ ਮੁਲਕ ਨੂੰ, ਉਹ ਲੁੱਟ ਕੇ ਮਹਿੰਗੇ ਦਬਾਈ ਕਿਹਦਾ? ਸਾਰੇ ਦਾ ਸਾਰਾ ਪਾਕਿਸਤਾਨ ਦਾ। ਪਤਾ ਕੀ ਖਾਨ ਸਾਹਿਬ ਨੇ ਆਪਣੇ ਧਰਨੇ ਦੇ ਵਿੱਚ ਸਪੀਚਾਂ ਕੀਤੀਆਂ ਨੇ, ਤਕਰੀਰਾਂ, ਉਹਦੇ 'ਚ ਉਹਨਾਂ ਕਿਹਾ ਸੀ ਕਿ ਜਦੋਂ ਕੋਈ ਚੀਜ਼ ਮਹਿੰਗੀ ਹੁੰਦੀ ਹੈ ਤੇ ਉੱਪਰ ਵਾਲੇ ਬੰਦੇ ਚੋਰ ਹੁੰਦੇ ਨੇ, ਤੇ ਲੋਕ ਕਹਿੰਦੇ ਪਏ ਨੇ ਕਿ ਹੁਣ ਉਸੇ ਦੌਰੇ ਹਕੂਮਤ ਦੇ ਵਿੱਚ ਇਹਦੇ ਦੌਰੇ ਹਕੂਮਤ ਦੇ ਵਿੱਚ ਵੀ ਮਹਿੰਗੀਆਂ ਹੋ ਰਹੀਆਂ। ਬੇਸ਼ੱਕ ਮਹਿੰਗੇ ਉਹਦੀਆਂ ਗੱਲਾਂ ਕੀਤੀਆਂ ਉਹਦੇ ਅੱਗੇ ਆਉਂਦੀਆਂ ਨੇ ਪਈਆਂ, ਲੇਕਿਨ ਮੇਰਾ ਪੁੱਤਰ ਇਹ ਬਰੂਦੀ ਸਰੂੰਗਾ ਸਣੇ ਇਹਨਾਂ ਨੇ ਵਿਛਾਈਆਂ ਉਹਦੇ ਵਾਸਤੇ। ਸਾਨੂੰ ਥੋੜਾ ਸਬਰ ਕਰਨਾ ਚਾਹੀਦਾ। ਮੈਂ ਕਿ ਭੁੱਖ ਦੇ ਅਜ਼ਾਬ ਅੱਜ ਤੱਕ ਕੋਨੇ ਮਰਿਆ, ਅਸੀਂ 60 ਸਾਲ ਦੀ ਉਮਰ ਹੋ ਗਈ, ਅਸੀਂ ਕੋਨੇ ਭੁੱਖ ਦੇ ਅਜ਼ਾਬ ਮਰਦਾ ਵੇਖਿਆ ਕੋਈ? ਹਰ ਇੱਕ ਰੱਜ ਕੇ ਸੌਂਦਾ ਤੇ ਗਰੀਬ ਇਮਰਾਨ ਖਾਨ ਦੀ ਹਕੂਮਤ ਦੇ ਵਿੱਚ ਮੈਂ ਕਿ ਸਿੰਗਲ ਸਟੋਰੀ ਦੇ ਕੀ ਉਹ ਡਬਲ ਮੰਜ਼ਲਾ ਬਣਾਉਂਦਾ ਗਰੀਬ। ਅੱਛਾ ਸਾਡੀ ਸਿਰਫ ਆਦਤ ਹੋ ਗਈ ਹੈ ਮੈਂ ਕਿ ਸਿਰ ਤੇ ਬਾਂਹ ਧਰ ਲੈਣੀ। ਮਹਿੰਗਾਈ ਬੜੀ ਹੋ ਗਈ ਹੈ ਜੀ, ਮਹਿੰਗਾਈ ਬੜੀ ਹੋ ਗਈ ਹੈ। ਲੇਕਿਨ ਤੁਹਾਨੂੰ ਲੱਗਦਾ ਖਾਨ ਸਾਹਿਬ ਜਿਹੜੇ ਨੇ ਆਪਣੇ ਜਿਹੜੇ 2 ਸਾਲ ਉਹਨਾਂ ਦੇ ਰਹਿ ਗਏ ਨੇ ਇਹਦੇ ਵਿੱਚ ਤਬਦੀਲੀ ਲੈ ਆਉਣਦੇ ਇਨਸ਼ਾਅੱਲਾ। ਉਹ ਬੰਦਾ ਜੋ ਕੁਝ ਕਰਦਾ, ਜੋ ਜੀਬ ਦੇ ਵਿੱਚੋਂ ਮੈਂ ਕਿ ਉਹ ਲਫਾਜ਼ ਕੱਢਦਾ ਉਹ ਪੂਰੇ ਕਰਦਾ। ਅੱਛਾ ਤੇ ਇਹ ਜਿਹੜੇ 2 ਸਾਲ ਹੈ ਖਾਨ ਸਾਹਿਬ ਦੀ ਹਕੂਮਤ ਹੈ, ਬਾਕੀ ਇਹਦੇ ਵਿੱਚ ਕਿਆ ਜਿਹੜੇ ਦਵਾਈ ਲੈਣ ਗਏ ਨੇ ਉਹ ਵੀ ਵਾਪਸ ਆ ਜਾਣਗੇ? ਨਹੀਂ ਤੁਹਾਨੂੰ ਕੀ ਲੱਗਦਾ? ਉਮੀਦ ਹੈ ਭਈ ਉਹ ਇੱਥੇ ਕਾਨੂੰਨ ਬਣਨ ਦੇ, ਮਜ਼ਬੂਤ ਇੱਥੇ ਕਾਨੂੰਨ ਬਣਨ ਦੇ, ਖਾਨ ਸਾਹਿਬ ਹੋਰੀ ਕਾਨੂੰਨ ਬਣਾਉਣ ਦੇ ਤੇ ਉਹ ਗਏ ਜਿਹੜੇ ਨੇ ਉਹ ਵੀ ਵਾਪਸ ਆਉਣ ਦੇ। ਅਗਲੇ 5 ਸਾਲ ਵੀ ਜਿਹੜੇ ਨੇ ਇਮਰਾਨ ਖਾਨ ਦੇ ਨੇ। ਅੱਛਾ ਇਹ ਬੜੀ ਵੱਡੀ ਗੱਲ ਕਰਦੇ ਪਿਓ ਕਿ ਅਗਲੇ 5 ਸਾਲ? ਅਗਲੇ 20-5 ਸਾਲ ਮੇਰਾ ਪੁੱਤਰ ਇਮਰਾਨ ਖਾਨ ਦੇ ਨੇ। ਅਗਲੇ 5 ਸਾਲਾਂ ਦੇ ਵਿੱਚ ਬਿਲਕੁਲ ਬਦਲ ਜਾਏਗਾ। ਅੱਛਾ ਤੇ ਇਹ ਜਿਹੜੇ 5 ਸਾਲ ਨੇ ਇਹਦੇ ਵਿੱਚ ਨਹੀਂ ਬਦਲੇਗਾ? ਅਗਲੇ ਵੀ ਬੜਾ ਕੁਝ ਬਦਲੇਗਾ, ਇਹਦੇ ਵਿੱਚ ਵੀ ਬੜਾ ਕੁਝ ਬਦਲੇਗਾ।
ਸਹੀ ਹੋ ਗਿਆ। ਹਾਂ। ਅੱਛਾ ਤੇ ਤੁਹਾਡਾ ਇਹ ਜਿਹੜਾ ਹਲਕਾ ਹੈ ਇੱਥੋਂ ਜਿਹੜਾ ਇਹ ਨਾ ਅਸੀਂ ਅਗਰ ਦੇਖੀਏ ਸਿਆਲਕੋਟ, ਪਸਰੂਰ, ਡਸਕਾ ਹਰ ਪਾਸੋਂ ਨੂਨ ਲੀਗ ਹੀ ਜਿੱਤਦੀ ਹੈ। ਇਹਦੀ ਕੀ ਵਜ੍ਹਾ PTI ਕਿਉਂ ਨਹੀਂ ਜਿੱਤੀ? PTI ਦੇ ਅੱਗੇ ਇਹਨਾਂ ਦੀਆਂ ਕੀਤੀਆਂ ਆਈਆਂ ਜੇ ਆ ਮਹਿੰਗਾਈ ਦੀ ਵਜ੍ਹਾ ਜੇ। ਅੱਛਾ। ਤੇ ਮਹਿੰਗਾਈ ਦਾ ਤਰਾਦ ਰੱਖਦਾ ਜੇ ਹਰ ਬੰਦਾ। ਤੋ ਕੀਤੀਆਂ ਹੋਰਨਾਂ ਦੀਆਂ ਆਈਆਂ ਪੇਸ਼ ਮੇਰੇ ਡਾਢੀ ਟੱਕਰੀ ਹੈ ਬੁਰੀ ਬਲਾ ਨਾ ਥਾ। ਸਹੀ ਹੈ। ਆ ਹੋਰਨਾਂ ਦੀਆਂ ਕੀਤੀਆਂ ਉਹ ਖਾਨ ਸਾਹਿਬ ਹੋਰਾਂ ਦੇ ਅੱਗੇ ਜੇ ਮੇਰਾ ਪੁੱਤਰ ਗੱਲ ਤੇ ਨਹੀਂ ਜੇ ਸਿਰਫ। ਅੱਛਾ ਤੇ ਇਹਦੀ ਵਜ੍ਹਾ ਤੋਂ ਖਾਨ ਸਾਹਿਬ ਨਹੀਂ ਜਿੱਤਦੇ ਪਏ ਫਿਰ? ਇਹਦੀ ਵਜ੍ਹਾ ਨਾਲ ਡਸਕੀ ਵਾਲੀ ਵੀ ਸੀਟ ਗਈ ਸਾਜੇ ਕਿ ਮਹਿੰਗਾਈ ਦੀ ਵਜ੍ਹਾ ਨਾਲ ਤੇ ਕੀਤੀਆਂ ਇਹਨਾਂ ਦੀਆਂ। ਤੇ ਨੂਨ ਲੀਗ ਵਾਲੇ ਕਹਿੰਦੇ ਪਏ ਨੇ ਜਿਹੜਾ ਹਾਲ ਅਸੀਂ ਡਸਕੇ 'ਚ ਕੀਤਾ ਨਾ PTI ਦਾ ਇੱਥੇ ਵੀ ਉਹੀ ਉਹ ਕਰਨਾ ਤੇ ਮੈਂ ਕਿ ਉਹ ਪਹਿਲੋਂ ਇਹਨਾਂ ਨੂੰ ਪਤਾ ਨਾ ਵੀ ਆਹ ਕੀ ਕੀਤਾ ਹੈ ਆ ਦੋ ਉਹਦੇ ਅੱਗੇ ਹੁੰਦੀ। ਅੱਛਾ ਤੇ ਇਹ ਹਲਕੇ ਦੀ ਫਿਰ ਜਿਹੜੀ ਸੀਟ ਤੁਸੀਂ ਕਹਿੰਦੇ ਹੋ PTI ਜਿੱਤ ਜਾਏ? ਆਏ ਅੱਲਾ ਦੀ ਮਿਹਰਬਾਨੀ ਨਾਲ ਅੱਛਾ। PTI ਜਿੱਤੇ। अस्सलाम वालेकुम। ਵਾਲੇਕੁਮ ਸਲਾਮ। ਅੱਛਾ ਭਾਈਜਾਨ ਤੁਹਾਡੇ ਇਸ ਹਲਕੇ ਦੇ ਅੰਦਰ ਇਲੈਕਸ਼ਨ ਹੋ ਰਿਹਾ 28 ਤਰੀਕ ਨੂੰ ਤੇ ਤੁਹਾਡੇ ਖਿਆਲ ਨਾਲ ਕਿਹੜੀ ਸਿਆਸੀ ਜਮਾਤ ਦਾ ਪਲੜਾ ਪਾ ਰਹੀ ਹੈ? ਨੂਨ ਲੀਗ ਦਾ। ਉਹਦੀ ਵਜ੍ਹਾ ਕੀ ਹੈ? ਉਹ ਮਹਿੰਗਾਈ ਘੱਟ ਸੀ, ਤੇਲ ਪੈਟਰੋਲ ਸਸਤੇ ਹਨ, ਸਾਡੇ ਕੰਮ ਸਹੀ ਸੀ। ਇਹ ਪੈਟਰੋਲ ਮਹਿੰਗਾਈ ਵਾਲ ਨਹੀਂ ਕੀਤੀ ਜਾਂਦੇ। ਇਮਰਾਨ ਖਾਨ। ਇਮਰਾਨ ਖਾਨ ਹੀ ਕਰ ਰਿਹਾ, ਹੋਰ ਜਿਹਦੀ ਹੁਕੂਮਤ ਹੈ ਹੋਰ ਕਿਹਨੇ ਕਰਨਾ ਹੈ? ਸਹੀ ਹੋਰ ਕੋਈ ਹੈ? ਅਸੀਂ ਤਾਂ ਵੀ ਕਿਰਾਏ ਵਧਦੇ ਨਹੀਂ, ਮਹਿੰਗਾਈ ਵਧੀ ਜਾ ਰਹੀ, ਮਾੜਾ ਬੰਦਾ ਮਰੀ ਜਾ ਰਿਹਾ। ਅੱਛਾ ਇਹ ਹੁਣ ਪੈਟਰੋਲ ਦੀ ਕੀਮਤ ਦੇ ਵਿੱਚ ਵੀ ਇਜ਼ਾਫਾ ਹੋਇਆ? 120 ਰੁਪਏ 120 ਰੁਪਏ ਅਸੀਂ ਲੀਟਰ ਪਵਾਉਣ ਡੇ ਆ, ਕਿਰਾਇਆ ਸਵਾਰੀ 10 ਰੁਪਏ ਦੇਣ ਦੀ। ਅੱਛਾ ਕਿੱਥੋਂ ਲੈ? ਨਵਾਜ਼ ਸ਼ਰੀਫ ਦੇ ਦੌਰ 'ਚ ਕਿੰਨਾ ਸੀ ਪੈਟਰੋਲ? 65 ਰੁਪਏ 65 ਰੁਪਏ ਸੀ। ਉਦੋਂ ਕਿਰਾਇਆ ਵੀ ਸਹੀ ਹੀ ਪਾ ਰਿਹਾ ਜਾਂਦਾ ਸੀ। 65 ਰੁਪਏ ਕਿਰਾਇਆ ਤੇ ਪੈਟਰੋਲ ਪਵਾ ਕੇ ਸਾਰੀ ਦਿਹਾੜੀ ਅਸੀਂ 150-200 ਸਹੀ ਖਾਨ ਸਾਹਿਬ ਤੇ ਕਿਹਾ ਸੀ ਕਿ ਭਈ ਅਸੀਂ ਤਬਦੀਲੀ ਲੈ ਕੇ ਆਵਾਂਗੇ ਤੇ ਗਈ ਹੈ ਤਬਦੀਲੀ ਨਹੀਂ। ਉਹਨੇ ਕਹੀ ਗਰੀਬ ਆਵਾਮ ਨਹੀਂ ਰਹਿਣ ਦਾਂਗੇ ਤੇ ਉਹ ਮਰ ਗਈ, ਮਰ ਜਾਏਗੀ ਆਪੇ ਜਿਹੜੀ ਰਹਿ ਗਈ ਹੈ। ਨਹੀਂ ਉਹਦੇ ਕਹਿਣ ਦਾ ਮਤਲਬ ਸੀ ਕਿ ਗਰੀਬਾਂ ਨੂੰ ਵੀ ਅਮੀਰ ਕਰ ਦਾਂਗੇ। ਅਸੀਂ ਤਾਂ ਬਿਲਕੁਲ ਗਰੀਬ ਹੋਈ ਜਾਣ ਡੇ, ਸਾਡਾ ਘਰ ਦਾ ਖਰਚਾ ਨਹੀਂ ਪੂਰਾ ਹੁੰਦਾ ਪਿਆ। ਬਿਹਤਰੀ ਨਹੀਂ ਆਈ ਨਾ ਇਹ ਬਿਹਤਰੀ ਕਿਵੇਂ ਆ ਸਕਦੀ ਹੈ? ਇਹ ਪਤਾ ਨਹੀਂ ਅੱਲਾ ਹੀ ਹੈ, ਜਦੋਂ ਸਾਨੂੰ ਮੌਤ ਆਣੀ ਉਦੋਂ ਹੀ ਆਉਣੀ, ਉਸ ਤੋਂ ਪਹਿਲਾਂ ਨਹੀਂ ਆ ਹੋਏ। ਜਾਂ ਨੂਨ ਲੀਗ ਆਏਗੀ ਤੇ ਫੇਰ। ਅੱਛਾ ਨੂਨ ਲੀਗ ਕਿਵੇਂ ਆਵੇ? ਉਹਨਾਂ ਦਾ ਵਜ਼ੀਰ ਜਿਹੜਾ ਨਵਾਜ਼ ਸ਼ਰੀਫ ਹੈ ਉਹ ਤੇ ਬਾਹਰ ਲੰਦਨ ਜਾ ਕੇ ਬੈਠਾ ਹੋਇਆ। ਤੂੰ ਆਪੇ ਆਈਏਗਾ ਨਾ। ਇਹ ਕੋਈ ਉਹ ਜਦੋਂ ਕੋਈ ਇੱਕ ਗੱਲ ਕਰਦੇ ਨੇ ਉਹਨੂੰ ਚੁੱਕ ਕੇ ਅੰਦਰ ਵਾੜ ਛੱਡਦੇ ਨੇ, ਜੇਲੇ ਤੇ ਛੱਡਦੇ ਨਹੀਂ ਨੇ। ਤੇ- ਹੁਣ ਮੈਂ ਗੱਲ ਕਰ ਰਿਹਾ, ਕੀ ਪਤਾ ਮੈਨੂੰ ਚੁੱਕ ਕੇ ਅੰਦਰ ਦੇ ਛੱਡ। ਨਹੀਂ ਤੁਹਾਨੂੰ ਨਹੀਂ ਚੁੱਕਦੇ। ਅੱਛਾ ਉਹ ਲੀਡਰ ਹੈ ਅਗਰ ਤੇ ਉਹ ਫਿਰ ਡਰ ਕੇ ਬਾਹਰ ਕਿਉਂ ਨਸਿਆ ਇੱਥੇ ਰਹਿ ਕੇ ਮੁਕਾਬਲਾ ਕਰ? ਉਹ ਇੱਥੇ ਰਹਿਣਾ, ਉਹ ਬਿਮਾਰ ਹੈ ਤੇ ਨਾਲੇ ਉਹਨੇ ਬਾਹਰੋਂ ਆਪੇ ਆਈਏਗਾ। ਜਦੋਂ ਇਲੈਕਸ਼ਨ ਜਿੱਤੇਗਾ ਤੇ ਫਿਰ ਆਪੇ ਕੋਈ ਨਾ ਕੋਈ ਆ ਜਾਏਗਾ। ਅੱਛਾ ਜਦੋਂ ਤੁਸੀਂ ਕਰੀ ਬਿਮਾਰ ਹੁੰਦੇ ਜਾਂ ਹੋਰ ਕੋਈ ਤੇ ਉਹ ਨਹੀਂ ਬਾਹਰ ਜਾਂਦਾ, ਉਹ ਤੇ ਇੱਥੇ ਰਹਿ ਕੇ ਇਲਾਜ ਉਹਨਾਂ ਕੋਲ ਪੈਸਾ ਬੜਾ ਹੈ ਨਾ, ਸਾਡੇ ਕੋਲ ਪੈਸਾ ਨਹੀਂ। ਜੇ ਪੈਸਾ ਹੋਏ ਤਾਂ ਅਸੀਂ ਬਾਹਰ ਜਾ ਕੇ ਲਾਇਕ ਰਹੀਏ। ਸਹੀ ਹੈ। ਚਲੋ ਠੀਕ ਹੈ, ਥੈਂक यू। अस्सलाम वालेकुम। वालेकुम सलाम। भाईजान ਕੀ ਹਾਲ ਹੈ? ਠੀਕ ਹੋ? अल्हम्दुलिल्लाह। ਅੱਛਾ ਤੁਹਾਡੇ ਹਲਕੇ 'ਚ ਇਲੈਕਸ਼ਨ ਹੋ ਰਿਹਾ ਹੈ ਤੇ ਤੁਸੀਂ ਕਿਸ ਸਿਆਸੀ ਜਮਾਤ ਨੂੰ ਸਪੋਰਟ ਕਰ ਰਹੇ ਹੋ? नून लीग। ਵਜ੍ਹਾ वजह आपके सामने ही है, ਕਿਹੜੀ? तो कहने की ज़रूरत ही नहीं है ना। कौन सी वजह बता देना। वजह ये है कि महंगाई बहुत ज़्यादा हो गई है इधर। दुनिया भूख की वजह से मर रही है। ठीक है, पेट्रोल कह रहे हैं कि 11 रुपये और महंगा होना है। 114 आगे है, 11 रुपये और कह रहे हैं महंगा होना है। तो हम किधर जाएंगे? हम चांद गाड़ियाँ चलाते हैं, जिंगी चलाते हैं। 121 रुपये हो गया। अच्छा खान साहब का ये कहना था भाई जो पहले लोग हैं उन्होंने मुल्क को लूटा, उस वजह से महंगाई हो रही है। नहीं तो अब महंगाई हुई है, ये आपको भी पता है। पहले तो इतनी महंगाई है नहीं थी। नहीं इसका कहना है कि भाई वो पहले लूटते रहे हैं मुल्क को, अब मुल्क को सेटल होने में थोड़ा टाइम तो लगेगा। टाइम कितना लगेगा? जब बंदे मर जाएंगे फिर टाइम लगेगा। नहीं कहते हैं 70-72 साल का गंद है वो इतनी जल्दी तो साफ नहीं होगा। 70-72 साल का ना, और मेरे हिसाब से तो आधी दुनिया मर जाएगी ना, तो फिर ये निज़ाम बेहतर होगा। अच्छा आपके ख्याल में फिर नवाज शरीफ अच्छा था? वही हमारे हिसाब से उसने कोई अच्छा काम जो किया हो जिसकी वजह से आपको अच्छा लग रहा है? उसके दौर में चीनी सस्ती थी, अब 100-120 रुपये बिक रही है। पेट्रोल 60 रुपये लीटर था, 65 रुपये 60 रुपये लीटर था, अब 120-21 पे चला गया। बिजली के बिल थे, ये कह रहा था कि जला दो, अब किधर गया ये? अब नहीं कह रहा कि जला दो बिल। अब तो इतने बिल आ रहे हैं, वहाँ बड़ी परेशान है। आप समझते हैं कि अभी 2 साल उसकी हुकूमत को बाकी है, तो 2 साल के बाद कोई बेहतरी आ जाएगी? मुझे नहीं लगता आएगी। नहीं यार। जी भाईजान आप क्या कहते हैं? आपके इस हलका में इलेक्शन हो रहा है 28 तारीख को, तो आपके ख्याल में कौन सी सियासी जमात विन करेगी? मेरा ख्याल है
शेर वाला वो विन शेर वन कर जाएगा जी। ਉਹਦੀ वजह की शेर क्यों करेगा? वो जितने भी इलेक्शन हुए हैं इस हल्के वाले ना शेर वाले को ही मसले के वोट देते हैं। वो इधर पूरे ज़िले में मसले के कोई भी मसले के बंदा जो है ना वो बल्ले को वोट नहीं देता है। लेकिन अब हम देख रहे हैं वो जो चौधरी एहसन सलीम बरियार है वो काफ़ी ज़्यादा काम करवा रहा है, उसके साथ सईद बल्ली और ताहिर हुंदली ये सारे मिलके काम कर रहे हैं। हाँ जी, काम तो वो कर रहे हैं, इसलिए कर रहे हैं कि क्योंकि एक भी सीट इधर बल्ले वाले की एक भी सीट नहीं है, पीटीआई की कोई सीट नहीं है। नहीं इधर कोई भी सीट नहीं है। तो वो पैसे इसलिए लगा रहे हैं, इसलिए पैसे लगा रहे हैं कि हमें एक आधी सीट मिल जाए। लेकिन है कि लेकिन पीटीआई वालों ने किधर काम कोई नहीं किया। वो सड़क बन देख रहे हो, नवाज शरीफ के दौर में वो 2 दफ़ा बनी है, ठीक है। इस दफ़ा मतलब कि पीटीआई की हुकूमत आई है, वो सड़क जो बन रही थी वो भी नहीं बनी, वो रुक गई है। लेकिन भाई ये जो पीछे है पसरूर रोड अभी उस पर काम शुरू हो गया है ना, ये जो पीटीआई वाले कह रहे हैं ये हमने काम शुरू करवाया। नहीं, वो पहले से शुरू हुआ था, नवाज शरीफ के दौर में शुरू हुआ था। जब से इनकी हुकूमत आई वो उसी वक्त से काम रुक गया है, उसके बाद काम नहीं शुरू हुआ। नहीं तो वो पीटीआई वाले नहीं करवा रहे? नहीं, पीटीआई वाले नहीं, पीटीआई वाले उनका ये कहना है कि हमने ये काम स्टार्ट करवाया, ये तो रुका हुआ था। वो उनका ये कहना है ये जो वरियो ख़ानदान है इतने ज़्यादा सालों से इधर हुकूमत कर रहा है लेकिन उसने ये एक रोड नहीं बनाया। नहीं, हम भी इधर ही रहते हैं। वो नवाज शरीफ के दौर में शुरू हुआ था। मैं पहले भी आपको बता चुका, जब इनकी हुकूमत है उसी वक्त काम रुक गया। मैं इतने खड्डे हैं जैसे कि ना बस सही तरीके से जा सकती है ना रक्षा जा सकता है। हम बैठने जाते हैं तो उधर कोई जाता ही नहीं है, कह रहे हैं सड़क नहीं ठीक है। ठीक है, अच्छा जी, अस्सलाम वालेकुम। अस्सलाम वालेकुम। वालेकुम सलाम। अच्छा जी, ਤੁਹਾਡੇ ਇਸ ਹਲਕੇ ਦੇ ਵਿੱਚ ਇਲੈਕਸ਼ਨ ਹੋ ਰਿਹਾ 28 ਤਰੀਕ ਨੂੰ ਤੇ ਤੁਸੀਂ ਕੀ ਸਮਝਦੇ ਹੋ ਕਿ ਕਿਹੜੀ ਸਿਆਸੀ ਜਮਾਤ ਜਿੱਤੇਗੀ? ਜਨਾਬ ਨਾ ਸਾਨੂੰ ਪੀਟੀਆਈ ਵਾਲਿਆਂ ਨੇ ਕੋਈ ਦੇਣਾ ਤੇ ਨਾ ਇਹਨੂੰ ਲੀਗ ਵਾਲਿਆਂ ਦੇਣਾ। ਅਸਾਂ ਹੱਥ ਦੀ ਮਿਹਨਤ ਕਰਨੀ ਹੈ ਤੇ ਹੱਥ ਦੀ ਮਿਹਨਤ ਕਰਕੇ ਖਾਣੀ ਹੈ। ਅੱਛਾ, ਨਹੀਂ ਤੇ ਵੈਸੇ ਇਸ ਹਲਕੇ ਦੇ ਵਿੱਚ ਪਹਿਲਾਂ ਜਿਹੜੀ ਸੀ ਨੂਨ ਲੀਗ ਜਿੱਤੀ ਸੀ, ਹੁਣ ਤੁਹਾਨੂੰ ਕੀ ਲੱਗਦਾ ਨੂਨ ਲੀਗ ਜਿੱਤੇਗੀ ਜਾਂ ਪੀਟੀਆਈ ਜਿੱਤੇਗੀ? ਦੇਖੋ ਜੀ, ਜ਼ੋਰ ਜਦੋਂ ਦੋਵਾਂ ਨੇ ਲਾਣਾ ਤਾਂ ਪਤਾ ਤਾਂ ਬਾਅਦ 'ਚ ਲੱਗਣਾ 28 ਤਰੀਕ ਨੂੰ। ਅਸੀਂ ਦੋਵਾਂ ਪਾਰਟੀਆਂ ਦੇ ਬਾਰੇ 'ਚ ਕੁਝ ਨਹੀਂ ਕਹਿ ਸਕਦੇ। ਕੁਝ ਨਹੀਂ ਕਹਿ ਸਕਦੇ। ਨਹੀਂ। ਅੱਛਾ, ਤੇ ਇਹ ਜਿਹੜਾ ਇਹ ਨਾ ਪਹਿਲਾਂ ਵੀ ਜਿਹੜਾ ਸੀ ਖੁਸ਼ ਅਖਤਰ ਸੁਭਾਨੀ ਸਾਹਿਬ ਉਹ ਜਿੱਤੇ ਸਨ। ਹੁਣ ਪੀਟੀਆਈ ਵਾਲੇ ਜਿਹੜਾ ਇਹ ਨਾ ਕਾਫੀ ਜ਼ਿਆਦਾ ਮਿਹਨਤ ਕਰਦੇ ਪਏ ਨੇ ਤੇ ਉਹ ਕਹਿੰਦੇ ਪਏ ਨੇ ਕਿ ਅਸੀਂ ਨੂਨ ਲੀਗ ਕੋਲੋਂ ਸੀਟ ਖੋਹ ਲਵਾਂਗੇ। ਵੈਸੇ ਤੁਸੀਂ ਇੰਨੇ ਇਲੈਕਸ਼ਨ ਵੀ ਦੇਖੇ ਹੋਣਗੇ, ਕਿਆ ਤੁਹਾਨੂੰ ਲੱਗਦਾ ਉਹ ਖੋਹਣ 'ਚ ਕਾਮਯਾਬ ਹੋ ਜਾਣਗੇ? ਪਤਾ ਨਹੀਂ ਜੀ, ਜ਼ੋਰ ਲਾ ਰਹੇ ਨੇ। ਜ਼ਾਹਿਰ ਹੈ ਇੱਕ ਭਲਵਾਨ ਨੇ ਤਾਂ ਢੱਠਣਾ ਹੀ ਹੈ ਤੇ 28 ਤਰੀਕ ਨੂੰ ਆਪੇ ਪਤਾ ਚੱਲ ਜਾਏਗਾ। ਠੀਕ ਹੈ, अस्सलाम वालेकुम। अच्छा सर, ਤੁਸੀਂ ਕੀ ਕਹਿੰਦੇ ਹੋ ਇਸ ਹਲਕੇ 'ਚ ਇਲੈਕਸ਼ਨ ਜਿਹੜਾ ਹੋ ਰਿਹਾ ਕਿਹੜੀ ਜਮਾਤ ਜਿੱਤੇਗੀ? ये तो उसी दिन पता चलेगा जब इलेक्शन हो गया, तो अभी इसमें कोई नहीं बता सकता। अभी नहीं लग रहा है। नहीं, वैसे देखिए ना, दोनों जो सियासी जमातें हैं वो मेहनत कर रही हैं, काम कर रही हैं। तो इस हल्का में पहले तो नून लीग जीती थी और अब क्या नून लीग, आपके ख्याल में क्या नून लीग या पीटीआई कौन सी? ये तो ज़ाहिरन बात है, जिसने काम किया तो वही जीतेगा। किसने काम किया अभी तक? फिलहाल आप इस इलाका में रहते हैं, आपको पता है कौन सी सियासी जमात है जो काम कर रही है? इस हल्के के लिए कौन सी बेहतर है? गली तो सियालकोट की सारा इसी तरह पुराना पड़ी हुआ, कुछ भी नहीं बना हुआ। ठीक है।